कबड्डी देखता स्कूल के प्राइमरी स्कूलों में उस नैशनल गेम बच्चों को कराते होंगे सी। मैं उन्होंने देखता होंगे यार मैं भी खेडा पर मैंने जो भी जो सीनियर प्लेयर से मैंने कढ़ देंगे होंगे यार नहीं तेरी लत्त 'च प्रॉब्लम आ। मैंने बहुत फील होना यार मैं कबड्डी नहीं खेड सकता। फिर मेरे फादर साहब ने मैंने डंबल बनाते बजरी के तो रॉड बनाती तो एक बेंच प्रैस टेबल जिहा बनाता। मैं घरे लाना शुरू कर दिता जी। ਜਦੋਂ मैं वो मैडल लैके आया तो मैं अपने मन 'ਚ ਇਹ सोचा देखो मैनू कितना प्यार मिला कितना सारे ने इज्जत बख्शी। मैं अपने मन 'ਚ ਇਹ मैं आने वाले टाइम के पहला नंबर भी लेना तो मैं होर तगड़ा होना। जिथे भी मैंने दिहाड़ी मिलनी मैं उत्थे चल जाना। प्लंबर वाले दे नाल लानी दिहाड़ी, बिजली वाले दे नाल जी, किते आलू बीजण चल जाना जी। मतलब जिन्ना कि मैनूं हुंदा मैं अपनी खुराक जोगा कढ़दा रहा जी औखा सौखा। लोहे नाल मत्था तां मार रहा पर ये कोई गेम भी हैगी आ। मेरे फादर साहब ने मैनूं कवाड़ियां तो ਉਹੀ 500 ਦਾ एक साइकिल लैके दिता जी चलदा। मैं दोपहर नूं 1 वजे तुरदा हुंदा सी जी। मैं 2-2:30 ਦੇ करीब 1.5 घंटे ਦੇ ਵਿੱਚ ਉੱਥੇ ਹੌਲੀ ਹੌਲੀ ਪਹੁੰਚ ਜਾਂਦਾ ਸੀ। ਅੱਜ ਕੀ ਲੱਗਦਾ ਕਿ ਜਿਹੜਾ ਇਹ ਲੱਤ ਦਾ ਕਾਜਿਆ ਇਹ ਤੁਹਾਡੇ ਗਾਉਣ ਕਰਕੇ ਢੱਕ ਗਿਆ? ਮਨ 'ਚ ਇਹੀ ਰੱਖਿਆ ਮੈਂ ਲੱਤ ਤੋਂ ਹੈਂਡੀਕੈਪ ਹੋ ਸਕਦਾ, ਦਿਮਾਗ ਤੋਂ ਨਹੀਂ। ਤੇ ਮਾਂ ਬਾਪ ਨੇ ਮੈਨੂੰ ਕਦੇ ਨਹੀਂ ਕਿਹਾ ਵੀ ਤੂੰ ਆਹ ਕੰਮ ਕਿਉਂ ਕਰਦਾ। ਮੈਨੂੰ ਆਣ ਜਾਣ ਜਿੰਨੇ ਜੋਗੇ ਸੀਗੇ 10-20 ਰੁਪਏ ਜੋਗੇ ਸੀਗੇ ਮੈਨੂੰ ਦਿੰਦੇ ਸੀ। ਮੈਨੂੰ ਅੱਜ ਵੀ ਚੇਤੇ ਉਹ ਦਿਨ ਮੈਂ ਚਣੇ ਲੈ ਕੇ ਖਾਂਦਾ ਹੁੰਦਾ ਸੀ 10 ਰੁਪਏ ਦੇ। ਤੇ ਉਸ ਟਾਈਮ ਨਾ ਮੈਨੂੰ ਕੋਈ ਘਰੋਂ ਸਾਨੂੰ ਦੁੱਧ ਸੀ, ਚਾਹ ਦੇ ਨਾਲ ਹੀ ਰੋਟੀਆਂ ਖਾ ਕੇ ਮੈਂ ਗੁਜ਼ਾਰਾ ਕਰ ਲੈਂਦਾ ਸੀ ਆਪਣਾ। ਮੇਰਾ ਡੋਪ ਟੈਸਟ ਲਿਆ, ਮੈਂ 74 ਕਿਲੋ ਭਾਰ ਦੇ ਵਿੱਚ 165 ਕਿਲੋ ਬੈਂਚ ਪ੍ਰੈਸ ਲਾ ਕੇ ਗੋਲਡ ਮੈਡਲ ਵੀ ਜਿੱਤਿਆ ਤੇ ਵਰਲਡ ਰਿਕਾਰਡ ਵੀ ਬਣਾਇਆ। ਇੱਕ ਵਾਰੀ ਇੱਦਾਂ ਵੀ ਹੋਇਆ ਕਿ ਤੁਹਾਨੂੰ 140 ਕਿਲੋ weight ਦੀ ਜਗ੍ਹਾ ਤੇ 160 ਕਿਲੋ ਦੇ ਦਿੱਤਾ ਗਿਆ ਔਰ ਤੁਸੀਂ ਉਹ ਵੀ ਚੱਕ ਲਿਆ। ਉਹ ਕੀ ਮਸਲਾ ਕੀ ਸੀ ਉਹ? ਸਰ ਜੀ ਉਹ ਆਪਣੇ ਫਿਰ ਹਰਿਆਲੀ ਟੂਰਨਾਮੈਂਟ ਹੋਇਆ ਸੀ 2018 ਦੇ ਵਿੱਚ। ਉੱਥੇ ਮੈਂ ਉਸ ਟਾਈਮ ਉਹਨਾਂ ਨੂੰ 140 ਕਿਹਾ ਸੀ ਕਿਉਂਕਿ ਸਟਾਰਟ ਲੈਫਟ ਸੀ। ਮੈਂ 140 ਕਿਹਾ ਸੀ ਤੇ ਉਹਨਾਂ ਨੇ ਭੁਲੇਖੇ ਦੇ ਵਿੱਚ 160 ਪਾ ਦਿੱਤਾ ਜੀ। ਫਿਰ ਵੀ ਉਹ ਲੈਫਟ ਪਾਸ ਕੀਤੀ ਤੇ ਫਿਰ ਉੱਥੇ ਵੀ ਗੋਲਡ ਮੈਡਲ ਪ੍ਰਾਪਤ ਕੀਤਾ। ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ? ਪੰਜਾਬ ਸਰਕਾਰ ਵੱਲੋਂ ਦੇਖੋ ਜੀ 2017 ਦੇ ਵਿੱਚ ਮੈਂ ਵਰਲਡ ਚੈਂਪੀਅਨਸ਼ਿਪ ਖੇਡੀ ਆ ਜੋ ਕਿ ਦਿੱਲੀ ਹੋਈ ਸੀਗੀ। 15 ਮੁਲਕ ਆਏ ਸੀਗੇ ਇੱਥੇ ਜੀ। 15 ਦੇਸ਼ਾਂ 'ਚੋਂ ਮੈਂ ਗੋਲਡ ਮੈਡਲ ਪ੍ਰਾਪਤ ਕੀਤਾ ਆਪਣੀ ਕੈਟਾਗਰੀ ਦੇ ਵਿੱਚ। 75 ਕਿਲੋ ਭਾਰ ਦੇ ਵਿੱਚ ਮੈਂ 165 ਬੈਂਚ ਪ੍ਰੈਸ ਮਾਰੀ ਸੀਗੀ ਜੀ। ਕਿਸੇ ਲੀਡਰ ਨੇ ਨਹੀਂ, ਕਿਸੇ ਅਫਸਰ ਨੇ, ਕਿਸੇ ਨੇ ਮੈਨੂੰ ਸਨਮਾਨਿਤ ਨਹੀਂ ਕੀਤਾ। ਸਾਡੇ ਟੈਕਸੀ ਡਰਾਈਵਰ ਯੂਨੀਅਨ ਜੋ ਕਿ ਨਵਾਂ ਸ਼ਹਿਰ ਬੱਸ ਸਟੈਂਡ ਕੋਲ ਆ, ਉਹਨਾਂ ਦੇ ਮਿੱਤਰ ਸੱਜਣ ਸੀ, ਉਹਨਾਂ ਨੇ ਰਲ ਮਿਲ ਕੇ ਮੇਰਾ ਮਾਣ ਤਾਣ ਉੱਥੇ ਕੀਤਾ। ਵਰਲਡ ਖੇਡੇ ਵਾਲੇ ਨੂੰ 5 ਲੱਖ ਰੁਪਈਆ ਮਿਲ ਰਿਹਾ। ਕਿਉਂ ਨਾ ਮੈਂ ਗੌਰਮੈਂਟ ਮੂਹਰੇ ਗੁਜ਼ਾਰਿਸ਼ ਕਰਾਂ ਕਿ ਮੈਨੂੰ 5 ਲੱਖ ਰੁਪਈਆ ਮਿਲੇ। ਮੇਰੀ ਮਿਹਨਤ ਹੈ ਜੀ। ਥੋੜ੍ਹੇ ਟਾਈਮ ਬਾਅਦ ਮੈਨੂੰ ਗੌਰਮੈਂਟ ਵੱਲੋਂ 15,000 ਰੁਪਈਆ ਆਇਆ ਜੀ। ਗੌਰਮੈਂਟ ਵੱਲੋਂ, ਪੰਜਾਬ ਗੌਰਮੈਂਟ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ? ਹੁਣ ਤੱਕ ਕੋਈ ਸਹਾਇਤਾ ਨਹੀਂ ਮਿਲੀ? ਕੋਈ ਮੈਨੂੰ ਹੁਣ ਤੱਕ ਕੋਈ ਸਹਾਇਤਾ ਨਹੀਂ ਜੀ। ਅੱਜ ਤੱਕ ਇੱਥੇ ਤੱਕ ਵੀ ਪਹੁੰਚਾਉਣ ਵਾਲੇ ਮੇਰੇ NRI ਭਰਾ ਆ ਜੀ। ਸਾਡੇ ਪਿੰਡ ਦੇ ਵਿੱਚੋਂ ਇੱਕ ਹੀ ਫੈਮਿਲੀ ਆ, ਅਮਰ ਦੜੋਚ ਫੈਮਿਲੀ USA, ਜੋ ਕਿ ਮੈਨੂੰ ਹਰ ਸਾਲ ਆਪਣੀ ਦਾਦੀ ਜੀ ਦੀ ਵਰਸੀ 'ਤੇ ਸਨਮਾਨਿਤ ਕਰਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਔਰ ਮੈਂ ਲਾਲ ਕਮਲ ਆਪ ਜੀ ਦਾ ਤਹਿ ਦਿਲ ਤੋਂ ਸਵਾਗਤ ਕਰਦਾ। ਕਿਸੇ ਨੇ ਕਿਹਾ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ। ਜਿਨ੍ਹਾਂ ਨੇ ਕੁਛ ਕਰਨਾ ਹੁੰਦਾ ਉਹ ਮੁਸ਼ਕਲਾਂ ਨਹੀਂ ਦੇਖਦੇ, ਉਹਨਾਂ ਮੁਸ਼ਕਲਾਂ ਦੇ ਵਿੱਚ ਦੀ ਲੰਘ ਕੇ ਉਹ ਕਰ ਦਿਖਾਉਂਦੇ ਨੇ ਜਿਹੜਾ ਉਹਨਾਂ ਦੇ ਅੰਦਰ ਜਜ਼ਬਾ ਹੁੰਦਾ। ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਇਨਸਾਨ ਦੇ ਨਾਲ ਕਰਵਾ ਰਹੇ ਹਾਂ ਜਿਨ੍ਹਾਂ ਦਾ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਪੋਲੀਓ ਹੋ ਗਿਆ ਸੀ ਔਰ ਪੋਲੀਓ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਮੰਜੇ 'ਤੇ ਬੈਠਣਾ ਠੀਕ ਨਹੀਂ ਸਮਝਿਆ, ਅੱਜ ਉਹ ਵਰਲਡ ਚੈਂਪੀਅਨ ਨੇ ਪਾਵਰ ਲਿਫਟਿੰਗ ਬੈਂਚ ਪ੍ਰੈਸ ਦੇ। ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਔਰ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਕਹਾਣੀ ਔਰ ਸੁਣਾਉਂਦੇ ਹਾਂ ਤੁਹਾਨੂੰ ਉਹ ਦੁਖਾਂਤ ਜਿਹੜਾ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਔਰ ਕਿਸ ਤਰ੍ਹਾਂ ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਆ ਸਰਕਾਰਾਂ ਨੂੰ ਕਰਨੀ ਚਾਹੀਦੀ ਸੀ ਔਰ ਨਹੀਂ ਕੀਤੀ। ਇਹ ਗੱਲਬਾਤ ਕਰਦੇ ਹਾਂ ਅਸੀਂ ਗੁਰਵੀਰ ਗੁਰੀ ਜੀ ਨਾਲ ਜਿਹੜੇ ਕਿ ਵਰਲਡ ਚੈਂਪੀਅਨ ਨੇ ਵੇਟ ਲਿਫਟਿੰਗ ਦੇ ਵਿੱਚ ਔਰ ਬੈਂਚ ਪ੍ਰੈਸ ਦੇ ਵਿੱਚ ਜਿਹੜੇ ਵਰਲਡ ਚੈਂਪੀਅਨ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਮਿਲਾਉਂਦੇ ਹਾਂ ਤੁਹਾਨੂੰ ਕਿ ਕਿਹਨਾਂ ਦੁਖਾਂਤਾਂ ਦੇ ਵਿੱਚ ਨਿਕਲ ਕੇ ਉਹਨਾਂ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਔਰ ਅੱਜ ਇਸ ਮੁਕਾਮ 'ਤੇ ਨੇ ਕਿ ਹੋਰ ਵੀ ਬੱਚਿਆਂ ਨੂੰ ਜਿਹੜੇ ਆ ਉਹ ਕੋਚਿੰਗ ਦੇ ਰਹੇ ਨੇ ਔਰ ਪ੍ਰੇਰਨਾ ਸਰੋਤ ਬਣੇ ਨੇ ਉਹਨਾਂ ਲੋਕਾਂ ਲਈ ਜਿਹੜਾ ਕੁਝ ਕਰਨ ਦੀ ਬਜਾਏ ਜਿਹੜੇ ਬਹਾਨੇ ਲੱਭਦੇ ਰਹਿੰਦੇ ਨੇ। ਇਹ ਗੁਰਵੀਰ ਗੁਰੀ ਜੀ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬੀ 'ਤੇ। ਸਰ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ।
ਗੁਰਵੀਰ ਗੁਰੂ ਜੀ, ਕੀ ਪ੍ਰੋਬਲਮ ਆਈ ਤੁਹਾਡੀ ਲੱਤ ਨੂੰ ਔਰ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀ ਲੱਤ ਖਰਾਬ ਆ? ਸਰ ਜੀ ਇਹ ਪ੍ਰੋਬਲਮ ਮੈਨੂੰ ਜਨਮ ਤੋਂ ਸੀਗੀ ਜੀ, ਅਤੇ ਕੁਛ ਆਰਥਿਕ ਤੰਗੀਆਂ ਕਰਕੇ ਜੀ ਮੇਰੇ ਘਰਦਿਆਂ ਨੇ ਜੋ ਇਲਾਜ ਨਹੀਂ ਕਰਵਾ ਪਾਏ ਉਸ ਟਾਈਮ ਦੇ ਵਿੱਚ ਜੀ, ਅਤੇ ਬਹੁਤ ਔਖਾ ਸੀਗਾ ਜੀ ਉਸ ਵੇਲੇ। ਕੋਈ ਨਾ ਤਾਂ ਸਾਧਨ ਸੀ ਜੀ, ਕਿਤੇ ਦਵਾਈ ਦਵਾਉਣਾ ਵੀ ਔਖਾ ਸੀਗਾ ਘਰਦਿਆਂ ਨੂੰ, ਜਿਸ ਤਰ੍ਹਾਂ ਮੰਮੀ ਹੁਣੀ ਦੱਸਦੇ ਆ, ਕਿਉਂਕਿ ਮੈਂ ਤਾਂ ਬੱਚਾ ਸੀ ਜੀ ਸ਼ੁਰੂ ਤੋਂ ਹੀ, ਅਤੇ ਮੈਨੂੰ ਨਹੀਂ ਪਤਾ ਜੀ ਉਹਨਾਂ ਨੇ ਕਿਸ ਤਰ੍ਹਾਂ ਮੈਨੂੰ ਇੱਦਾਂ ਹੈ, ਜਦੋਂ ਮੈਂ ਸੁਰਤ ਸੰਭਾਲੀ ਮੈਨੂੰ ਇਹ ਸੀ ਯਾਰ ਮੈਂ ਹੈਂਡੀਕੈਪ ਆ, ਮੈਂ ਪਤਾ ਨਹੀਂ ਕੁਛ। ਮੈਨੂੰ ਜਦੋਂ ਗੇਮ ਮੈਂ ਕਬੱਡੀ ਦੇਖਦਾ ਸੀ ਸਕੂਲ ਦੇ ਵਿੱਚ, ਪ੍ਰਾਇਮਰੀ ਸਕੂਲਾਂ ਵਿੱਚ ਉਸ ਨੈਸ਼ਨਲ ਗੇਮ ਬੱਚਿਆਂ ਨੂੰ ਕਰਾਉਂਦੇ ਹੁੰਦੇ ਸੀ, ਮੈਂ ਉਹਨਾਂ ਨੂੰ ਦੇਖਦਾ ਹੁੰਦਾ ਸੀ ਯਾਰ ਮੈਂ ਵੀ ਖੇਡਾਂ। ਪਰ ਮੈਨੂੰ ਜਦੋਂ ਵੀ ਜੋ ਸੀਨੀਅਰ ਪਲੇਅਰ ਸੀ ਉਹ ਮੈਨੂੰ ਕੱਢ ਦਿੰਦੇ ਹੁੰਦੇ ਸੀ, ਯਾਰ ਨਹੀਂ ਤੇਰੀ ਲੱਤ 'ਚ ਪ੍ਰੋਬਲਮ ਆ। ਮੈਨੂੰ ਬਹੁਤ ਫੀਲ ਹੋਣਾ ਯਾਰ ਮੈਂ ਕਬੱਡੀ ਨਹੀਂ ਖੇਡ ਸਕਦਾ। ਪਰ ਹੌਲੀ ਹੌਲੀ ਕੋਈ ਗੱਲ ਨਹੀਂ ਜੀ, ਇਸ ਹਿਸਾਬ ਨਾਲ ਮੈਂ ਆਪਣੇ ਆਪ ਨੂੰ ਹਿੰਮਤ ਨਹੀਂ, ਮੈਂ ਕਿਹਾ ਮੈਂ ਕੁਛ ਕਰਨਾ, ਮੈਂ ਕੁਛ ਆਪਣਾ ਨਾਮ ਕਮਾਉਣਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਇੱਕ ਮੁੰਡਾ ਸੀ ਭਲਵਾਨ ਗੋਲਡੀ ਜਸਪ੍ਰੀਤ ਜੀ, ਜੋ ਕਿ ਇਹ ਆਪਣੀ ਭਲਵਾਨੀ ਦੇ ਵਿੱਚ ਬਹੁਤ ਨਾਮ ਕਮਾ ਰਿਹਾ ਸੀ, ਸਾਡੇ ਸਕੂਲ 'ਚ ਪੜ੍ਹਦਾ ਹੁੰਦਾ ਸੀ, ਅਤੇ ਮੇਰਾ ਉਹਦੇ ਵੱਲ ਦੇਖ ਕੇ ਬਹੁਤ ਲੱਗਾ ਮੈਂ ਵੀ ਭਲਵਾਨੀ ਚੱਲ ਕਰਦਾ ਜੀ। ਭਲਵਾਨੀ ਮੈਂ ਤਾਂ ਉਹਦੇ ਨਾਲ ਇੱਕ ਦਿਨ ਗਿਆ ਕਰਨ ਜੀ, ਕਿਉਂਕਿ ਮੇਰੇ ਫਾਦਰ ਸਾਹਿਬ ਖੁਦ ਭਲਵਾਨ ਨੇ, ਉਹਨਾਂ ਨੇ ਮੈਨੂੰ ਉਸ ਟਾਈਮ ਕਿਹਾ ਵੀ ਭਲਵਾਨੀ ਨਹੀਂ ਕਰਨੀ ਹੈਗੀ। ਚਲੋ ਠੀਕ ਹੈ, ਉਹਨੇ ਮੈਨੂੰ ਰੋਕਤਾ ਜੀ। ਪਰ ਫਿਰ ਮੈਂ ਸੋਚਿਆ ਮੈਂ ਕਰਾਂ ਤਾਂ ਕੀ ਕਰਾਂ। ਚਲੋ ਜੀ ਫਿਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਡੰਬਲ ਬਣਾ ਦਿੱਤੇ ਬਜਰੀ ਦੇ, ਅਤੇ ਰੋਡ ਬਣਾ ਦਿੱਤੀ, ਅਤੇ ਇੱਕ ਬੈਂਚ ਪ੍ਰੈਸ ਟੇਬਲ ਜਿਹਾ ਬਣਾ ਦਿੱਤਾ। ਮੈਂ ਘਰੇ ਲਾਉਣਾ ਸ਼ੁਰੂ ਕਰ ਦਿੱਤਾ ਜੀ। ਉੱਥੇ ਮੈਂ ਘਰੇ ਲਾਈ ਗਿਆ, ਮਿਹਨਤ ਲਾਈ ਗਿਆ ਜੀ, ਅਤੇ ਹੌਲੀ ਹੌਲੀ ਸਾਡੇ ਪਿੰਡ ਦੇ ਕਲੱਬ ਦੇ ਵਿੱਚ ਸਮਾਨ ਆਇਆ, ਕਿਉਂਕਿ ਉਸ ਟਾਈਮ ਦੇ ਵਿੱਚ ਦੇਖੋ ਜੀ ਮੇਰੀ ਹਾਈਟ ਵੀ ਬਹੁਤ ਛੋਟੀ ਸੀ, ਅਤੇ ਮੇਰੀ ਉਮਰ ਵੀ 13 ਕੁ ਸਾਲ ਸੀਗੀ। ਉਸ ਟਾਈਮ ਦੇ ਵਿੱਚ ਮੈਨੂੰ ਨਾ ਹੈ ਨਾ ਕਲੱਬ ਵਿੱਚੋਂ ਵੀ ਬੱਚੇ ਸੀਨੀਅਰ ਕੱਢ ਦਿੰਦੇ ਸੀ, ਤੁਸੀਂ ਸੱਟ ਲਵਾਉਣੀ ਆ। ਫਿਰ ਮੈਂ ਘਰ ਆ ਜਾਣਾ, ਫਿਰ ਮੈਂ ਘਰੇ ਲਾਉਣਾ ਸ਼ੁਰੂ ਕੀਤਾ ਜੀ। ਗੁਰਵੀਰ, ਕਿਹੜੀ ਕਲਾਸ ਤੱਕ ਪੜ੍ਹੇ ਤੁਸੀਂ? ਮੈਂ 10th ਕਲਾਸ ਤੱਕ ਪੜ੍ਹਿਆ ਜੀ। ਕਿਹੜੇ ਸਕੂਲੇ? ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਜੀ। ਗੁਰਵੀਰ, ਕੀ ਇਹ ਜਿਹੜਾ ਵੇਟ ਲਿਫਟਿੰਗ ਦਾ ਸ਼ੌਂਕ ਆ, ਇਹ ਤੁਹਾਨੂੰ ਪਹਿਲਾਂ ਤੋਂ ਸੀ ਜਾਂ ਕਿਸੇ ਤੋਂ ਪ੍ਰੇਰਿਤ ਹੋ ਕੇ ਤੁਸੀਂ ਇਸ ਖੇਤਰ 'ਚ ਆਏ? ਦੇਖੋ ਜੀ, ਮੈਨੂੰ ਜਦੋਂ ਮੈਂ ਜਿਮ ਕਰਦਾ ਹੁੰਦਾ ਸੀ ਵਧੀਆ, ਮੈਂ ਸ਼ੁਰੂ ਤੋਂ ਪਹਿਲਾਂ ਬਜਰੀ 'ਤੇ ਕਰੀ ਗਿਆ ਜੀ। 2011 ਦੇ ਵਿੱਚ ਮੈਂ ਨਵਾਂ ਸ਼ਹਿਰ ਆਪਣੇ ਫਰੈਂਡ ਦੇ ਨਾਲ ਜਿਮ ਗਿਆ ਜੀ, ਬੁਲਸ ਆਈ ਫਿਟਨੈਸ ਪੁਆਇੰਟ ਜਿਮ ਦੇ ਓਨਰ ਸੀਗੇ ਜੀ ਹਰਸ਼ ਭਾਜੀ ਹੁਣੀ, ਪੰਡੋਰਾ ਮਹੱਲੇ ਦੇ ਵਿੱਚ ਸੀਗਾ ਜਿਮ ਜੀ। ਉਹਨਾਂ ਭਾਜੀ ਹੁਣਾਂ ਕੋਲ ਗਿਆ ਜੀ, ਉੱਥੇ ਭਾਜੀ ਨੇ ਚਲੋ ਗੱਲਬਾਤ ਕੀਤੀ। ਉਸ ਟਾਈਮ ਸਿਰਫ 150 ਰੁਪਈਆ ਫੀਸ ਹੁੰਦੀ ਸੀਗੀ ਜਿਮ ਦੀ ਜੀ। ਤਾਂ ਉਹ ਔਖਾ ਸੌਖਾ ਮੈਨੂੰ ਕਹਿੰਦਾ, ਭਾਜੀ ਕਹਿੰਦਾ ਵੀ ਇੱਥੇ ਆ ਕਰ। ਮੈਂ ਕਿਹਾ ਜੀ ਜਿਮ ਬਹੁਤ ਸੋਹਣਾ ਹੈ, ਮੈਂ ਇੱਥੇ ਆਇਆ ਕਰਨਾ ਜੀ। ਚਲੋ ਉਹ ਮੁੰਡਾ ਪਿੰਡ ਦਾ ਮੈਨੂੰ ਨਾਲ ਲੈ ਜਾਂਦਾ ਸੀਗਾ ਜੀ। 150 ਰੁਪਈਆ ਵੀ ਮੇਰੇ ਸੱਜਣ ਮਿੱਤਰਾਂ ਨੇ ਇਕੱਠਾ ਕਰਕੇ ਦਿੱਤਾ, ਕਹਿੰਦੇ ਕੋਈ ਨਹੀਂ ਤੂੰ ਇੱਥੇ ਆਇਆ ਕਰ। ਚਲੋ ਜੀ ਉੱਥੇ ਮੈਂ ਮਿਹਨਤ ਲਾਈ ਮਹੀਨਾ ਕੁ, ਨੈਕਸਟ ਮੰਥ ਫੇਰ ਫੀਸ ਦੇਣੀ ਸੀਗੀ ਜੀ। ਮਤਲਬ ਫਿਰ ਮੈਨੂੰ ਬਹੁਤ ਔਖਾ ਲੱਗਾ ਵੀ ਮੈਂ ਕਿਹਾ ਬਈ ਫੀਸ ਦੇਣੀ, ਬਈ ਹੁਣ ਮੇਰੇ ਤੋਂ ਦੇ ਨਹੀਂ ਹੋਣੀ, ਮੈਂ ਹੁਣ ਕਿੱਥੋਂ ਕਰੂੰਗਾ। ਕੋਈ ਵੀ ਹੈਲਪ ਇੱਕ ਵਾਰੀ ਕਰਦਾ, ਬਾਰ ਕਰਨੀ ਹਰ ਇੱਕ ਨੂੰ ਔਖਾ ਹੋ ਜਾਂਦਾ। ਅਤੇ ਉੱਥੇ ਮੈਂ ਆਪਣੇ ਉਸਤਾਦ ਜੀ ਨਾਲ ਗੱਲ ਕੀਤੀ, ਜੋ ਜਿਮ ਦੇ ਓਨਰ ਸੀ ਹਰਸ਼ ਭਾਜੀ ਹੁਣੀ। ਉਹਨਾਂ ਮੈਂ ਦੱਸਿਆ ਵੀ ਭਾਜੀ ਬਈ ਔਖਾ ਹੋਇਆ। ਕਹਿੰਦੇ ਕੋਈ ਗੱਲ ਨਹੀਂ, ਉਹਨੇ ਮੇਰੀ ਮਿਹਨਤ ਦੇਖੀ ਸੀਗੀ, ਕਹਿੰਦੇ ਵਧੀਆ ਤੂੰ ਕੁਛ ਬਣ ਸਕਦਾ ਆ। ਕਿਉਂਕਿ ਜੋ ਮੇਰੇ ਉਸਤਾਦ ਜੀ ਆ ਹਰਸ਼ ਭਾਜੀ ਹੁਣੀ, ਸਭ ਤੋਂ ਪਹਿਲਾਂ ਉਹ ਵੀ ਖੁਦ ਲੱਤ ਤੋਂ ਹੈਂਡੀਕੈਪ ਆ, ਅਤੇ ਉਹਨਾਂ ਦਾ ਜਿਮ ਸੀਗਾ ਆਪਣਾ। ਅਤੇ ਉਹਨਾਂ ਨੇ ਮੈਨੂੰ ਕਿਹਾ ਕੋਈ ਨਹੀਂ ਤੂੰ ਮਿਹਨਤ ਲਾ। ਹੌਲੀ ਹੌਲੀ ਮੈਂ ਚਲੋ ਜੀ ਉੱਥੇ ਮਿਹਨਤ ਲਾਈ ਗਿਆ, ਅਤੇ ਸਾਡੇ ਪਿੰਡ ਦੇ ਹੀ ਕਬੱਡੀ ਕੋਚ ਆ ਪ੍ਰਵੀਨ ਭੰਗਲ ਜੀ, ਉਹਨਾਂ ਨੇ ਮੈਨੂੰ ਕਿਹਾ ਵੀ ਚੱਲ ਪਿੰਡ ਆਏ, ਮੇਰੇ ਘਰੇ ਆਏ, ਕਹਿੰਦੇ ਵੀ ਤੂੰ ਇੱਥੇ ਮਿਹਨਤ ਲਾਉਣਾ ਰਹਿਣਾ, ਚੱਲ ਵਿਆਹ ਚੱਲੀਏ ਆਪਾਂ ਜਾਣਾ ਕਿਤੇ। ਹਰਿਆਲੇ ਦੁਸਹਿਰੇ ਦੇ ਬਾਅਦ ਕਬੱਡੀ ਟੂਰਨਾਮੈਂਟ ਹੁੰਦਾ, ਜਿੱਥੇ ਕਿ ਬੈਂਚ ਪ੍ਰੈਸ ਦਾ ਮੁਕਾਬਲਾ ਹੁੰਦਾ ਜੀ। ਮੈਨੂੰ ਪ੍ਰਵੀਨ ਭਾਜੀ ਜੀ ਉੱਥੇ ਲੈ ਗਏ, ਅਤੇ ਉੱਥੇ ਉਹਨਾਂ ਨੇ ਦੇਖੋ ਜੀ ਮੈਨੂੰ ਭਾਜੀ ਨੇ ਨਹੀਂ ਦੱਸਿਆ ਵੀ ਤੇਰਾ ਉੱਥੇ ਕੰਪੀਟੀਸ਼ਨ ਕਰਨਾ, ਮੈਨੂੰ ਤਾਂ ਕਿਹਾ ਵੀ ਨਾਲ ਲੈ ਕੇ ਜਾਣਾ ਜੀ। ਚਲੋ ਉਸ ਟਾਈਮ ਜੀ ਉੱਥੇ ਮੈਂ ਚੱਲ ਗਿਆ ਨਾਲ। ਉਸ ਟਾਈਮ ਮੇਰਾ ਭਾਰ ਸੀਗਾ 56 ਕਿਲੋ ਜੀ, ਅਤੇ ਮੈਂ ਉਸ ਟਾਈਮ ਭਾਜੀ ਹੁਣਾਂ ਨੇ ਉੱਥੇ ਮੇਰਾ ਬੋਡੀ ਵੇਟ ਦੇ ਦਿੱਤਾ ਜੀ। ਮੈਂ ਬਹੁਤ ਡਰਦਾ ਸੀ, ਭਾਜੀ ਹੁਣੀ ਮੈਨੂੰ ਬਹੁਤ ਹੌਸਲਾ ਦਿੱਤਾ ਉਸ ਟਾਈਮ, ਜੀ। ਫਿਰ ਮੇਰਾ ਉੱਥੇ ਨਾਮ ਆ ਗਿਆ ਜੀ 90 ਕਿਲੋ ਬੈਂਚ ਪ੍ਰੈਸ ਲਾਈ, 56 ਕਿਲੋ ਭਾਰ ਦੇ ਵਿੱਚ ਮੇਰਾ ਦੂਜਾ ਨਾਮ ਆ ਗਿਆ ਜੀ। ਉੱਥੇ ਦੂਜਾ ਨੰਬਰ ਪਿਆ। ਮੈਂ ਆਪਣੇ ਮੈਨੂੰ ਬਹੁਤ ਪਿਆਰ ਮਿਲਿਆ ਜੀ, ਬਹੁਤ ਪਿਆਰ ਮਿਲਿਆ। ਘਰ ਆਇਆ, ਮੇਰੇ ਫਾਦਰ ਸਾਹਿਬ ਹੁਣੀ, ਮੇਰੇ ਮੰਮੀ ਹੁਣੀ ਸਾਰੇ ਰੋਣ ਲੱਗ ਪਏ ਵੀ ਕਿ ਸਾਡਾ ਬੱਚਾ ਇੱਕ ਹੈਂਡੀਕੈਪ ਹੋਣ ਦੇ ਨਾਤੇ ਘਰ ਵਿੱਚ ਟਰੋਫੀ ਲੈ ਕੇ ਆਇਆ। 2011 ਦੀ ਗੱਲ ਹੈ ਜੀ। ਜਦੋਂ ਮੈਂ ਉਹ ਮੈਡਲ ਲੈ ਕੇ ਆਇਆ ਤਾਂ ਮੈਂ ਆਪਣੇ ਮਨ 'ਚ ਇਹ ਸੋਚਿਆ, ਦੇਖੋ ਮੈਨੂੰ ਕਿੰਨਾ ਪਿਆਰ ਮਿਲਿਆ, ਕਿੰਨਾ ਸਾਰਿਆਂ ਨੇ ਇੱਜ਼ਤ ਬਖਸ਼ੀ। ਮੈਂ ਆਪਣੇ ਮਨ 'ਚ ਇਹ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਪਹਿਲਾ ਨੰਬਰ ਵੀ ਲੈਣਾ, ਅਤੇ ਮੈਂ ਹੋਰ ਤਕੜਾ ਹੋਣਾ। ਉਸ ਤੋਂ ਬਾਅਦ ਜੀ ਮੈਂ ਆਪਣੇ ਮਿਹਨਤ ਸਟਰਗਲ ਕਰੀ ਗਿਆ ਜੀ। ਮੈਂ ਉਹ ਸਾਲ ਆਪਣਾ ਹਰਸ਼ ਭਾਈ ਦਾ ਲੈ, ਕਿਉਂਕਿ ਮੇਰੇ ਤੋਂ ਕਮਾਈ ਦਾ ਕੋਈ ਸਾਧਨ ਨਹੀਂ ਸੀਗਾ ਜੀ, ਠੀਕ ਹੈ ਜੀ। ਅਤੇ ਉਸ ਟਾਈਮ ਫਿਰ ਉਸ ਤੋਂ ਬਾਅਦ ਮੈਂ ਗੱਲ ਕੀਤੀ, ਨਵਾਂ ਸ਼ਹਿਰ ਇੱਕ ਬਿਜਲੀ ਦੀ ਦੁਕਾਨ 'ਤੇ ਲੱਗ ਗਿਆ ਜੀ, ਅਤੇ ਉੱਥੇ ਕੰਮ ਕਰਨਾ ਜੀ। ਚਲੋ ਲੇਟ ਫੇਟ ਛੁੱਟੀ ਕਰਨੀ, ਮੈਂ ਫੇਰ ਜਿਮ ਲਾ ਕੇ ਜਾਣਾ ਜੀ। ਫਿਰ ਜਿੱਥੇ ਵੀ ਮੈਨੂੰ ਦਿਹਾੜੀ ਮਿਲਣੀ ਮੈਂ ਉੱਥੇ ਚੱਲ ਜਾਣਾ, ਪਲੰਬਰ ਵਾਲੇ ਦੇ ਨਾਲ ਲਾਉਣੀ ਦਿਹਾੜੀ, ਬਿਜਲੀ ਵਾਲੇ ਦੇ ਨਾਲ ਜੀ, ਕਿਤੇ ਆਲੂ ਬੀਜਣ ਚੱਲ ਜਾਣਾ ਜੀ। ਮਤਲਬ ਜਿੰਨਾ ਕੁ ਮੈਨੂੰ ਹੁੰਦਾ ਮੈਂ ਆਪਣੀ ਖੁਰਾਕ ਜੋਗਾ ਕੱਢਦਾ ਰਿਹਾ ਜੀ, ਔਖਾ ਸੌਖਾ। ਅਤੇ ਫਿਰ ਮੈਨੂੰ ਰਾਹ ਨਹੀਂ ਸੀ ਮਿਲ ਰਿਹਾ ਜੀ ਕਿ ਮੈਂ ਕਿਹਾ ਯਾਰ ਲੋਹੇ ਨਾਲ ਮੱਥਾ ਤਾਂ ਮਾਰ ਰਿਹਾ, ਪਰ ਇਹ ਕੋਈ ਗੇਮ ਵੀ ਹੈਗੀ ਆ। ਅਤੇ ਫਿਰ ਜਦੋਂ ਸੋਚਿਆ ਕੋਈ ਨਹੀਂ ਮਿਲੂਗਾ ਰਾਹ, ਹੌਲੀ ਹੌਲੀ ਜੀ ਮੈਂ ਗੱਲ ਕੀਤੀ ਜੀ। ਸਾਡੇ ਉੱਥੇ ਹਰਸ਼ ਭਾਜੀ ਦੇ ਜਿਮ ਦੇ ਵਿੱਚ 2 ਆਪਣੇ ਭਰਾ ਆਉਂਦੇ ਸੀਗੇ ਜੀ, ਗੁਰਦਾਸਪੁਰ ਤੋਂ ਸੀ ਉਹ,
ਪੁਲਿਸ ਮਹਿਕਮੇ ਵਿੱਚ ਸੀਗੇ ਜੀ, ਜਸਪ੍ਰੀਤ ਸਿੰਘ ਅਤੇ ਰਣਜੀਤ ਸਿੰਘ। ਉਹਨਾਂ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਵੀ ਮੈਂ ਯਾਰ ਕੁਛ ਬਣਨਾ ਚਾਹੁੰਦਾ, ਬਈ ਕਿੱਦਾਂ ਕੀ ਬਣੂਗਾ, ਬਈ ਕੋਈ ਹੈਗੀ ਅਕੈਡਮੀ ਕੁਡਮੀ? ਉਹ ਕਹਿੰਦੇ ਭਾਜੀ ਵੀ ਪਤਾ ਕਰਕੇ ਹੀ ਆ। ਚਲੋ ਜੀ, ਮੈਨੂੰ ਪਤਾ ਲੱਗਾ ਵੀ ਪਟਿਆਲੇ ਆ, ਸੁਭਾਸ਼ ਚੰਦਰ ਇੰਸਟੀਚਿਊਟ ਆ ਜੀ ਪਟਿਆਲੇ ਮੈਂ ਚਲ ਗਿਆ ਜੀ। ਪਟਿਆਲੇ ਚਲ ਗਿਆ ਜੀ। ਉਹਨਾਂ ਨੇ ਤਾਂ ਹੋਟਲ ਦਾ ਖਰਚਾ ਪਾ ਕੇ ਮੈਨੂੰ ਮਹੀਨੇ ਦਾ 30,000 ਖਰਚਾ ਦੱਸਿਆ ਵੀ ਇੱਥੇ ਪਲੇਅਰ ਰਹਿੰਦੇ ਆ ਹੋਟਲ ਦੇ ਵਿੱਚ, ਅਸੀਂ ਡਾਇਟ ਵੀ ਦਿੰਦੇ, 30,000 ਰੁਪਈਆ ਲਈਦਾ ਜੀ। ਉਸ ਟਾਈਮ ਤਾਂ ਬਹੁਤ ਔਖਾ ਸੀ ਜੀ, ਕਿਉਂਕਿ ਮੈਂ ਤਾਂ 100 ਰੁਪਈਆ ਨਹੀਂ ਸੀ ਖਰਚ ਸਕਦਾ ਆਪਣੇ ਕੋਲੋਂ। ਚਲੋ ਕੋਈ ਨਹੀਂ ਜੀ, ਮੈਂ ਘਰ ਆ ਗਿਆ ਜੀ। ਹੌਲੀ ਹੌਲੀ ਉਹਨਾਂ ਨੇ ਭਰਾਵਾਂ ਨੇ ਮੇਰਿਆਂ ਨੇ ਜੋ ਵੀ ਰਣਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਸੀ ਪੁਲਿਸ ਮਹਿਕਮੇ ਦੇ ਵਿੱਚ, ਉਹਨਾਂ ਨੇ ਰਜਿੰਦਰ ਸਿੰਘ ਜੀ CS ਸਟਾਫ ਦੇ ਵਿੱਚ ਸੀ, ਉਹਨਾਂ ਨਾਲ ਗੱਲ ਕੀਤੀ ਜੀ। ਅਤੇ ਉਹਨਾਂ ਨੇ ਮੈਨੂੰ ਰਾਮਗੜੀਆ ਕਾਲਜ ਫਗਵਾੜੇ ਭੇਜਿਆ। ਕਹਿੰਦੇ ਵੀ ਉੱਥੇ ਰਕੇਸ਼ ਕੋਚ ਆ ਜੀ, ਉਹਨਾਂ ਨੂੰ ਮਿਲੋ। ਮੈਂ ਦੇਖੋ ਜੀ ਉਸ ਟਾਈਮ ਬਹੁਤ ਤੰਗੀ ਸੀਗੀ, ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ। ਮੈਂ 10 ਰੁਪਈਏ ਲੈ ਕੇ ਸਵੇਰ ਨੂੰ 7 ਵਾਲੀ ਟ੍ਰੇਨ ਕਰੀਹੇ ਤੋਂ ਚੜ੍ਹ ਗਿਆ ਜੀ, ਫਗਵਾੜੇ ਗਿਆ। ਉੱਥੇ ਉਤਰ ਕੇ ਮੈਂ 9 ਵਜੇ ਤੱਕ ਕਾਲਜ ਦੇ ਮੂਹਰੇ ਬਹਿ ਜਾਣਾ। ਜਦੋਂ ਕਾਲਜ ਖੁੱਲ੍ਹਣਾ ਜੀ, ਰਾਮਗੜੀਆ ਕਾਲਜ, ਮੈਂ ਅੰਦਰ ਹਾਲ ਦੇ ਜਾਣਾ ਜੀ। ਜਦੋਂ ਮੈਂ ਜਾਣਾ, ਮੈਂ ਉੱਥੇ ਬਹਿ ਗਿਆ ਜਾ ਕੇ ਜੀ। ਅਤੇ ਆਪਣੇ ਕੋਚ ਸਾਹਿਬ ਆਏ, ਉਹਨਾਂ ਦੀ ਮੈਂ CS ਸਟਾਫ ਰਜਿੰਦਰ ਸਿੰਘ ਭਾਜੀ ਉਹਨਾਂ ਨਾਲ, ਜਿਨ੍ਹਾਂ ਨੂੰ ਕਾਕਾ ਭਲਵਾਨ ਵੀ ਕਹਿੰਦੇ ਆ, ਉਹਨਾਂ ਨਾਲ ਗੱਲ ਕਰਵਾਈ। ਅਤੇ ਉਹਨਾਂ ਨੇ ਮੈਨੂੰ ਕਿਹਾ ਚਲੋ ਵਧੀਆ ਆ, ਤੂੰ ਇੱਥੇ ਆਉਣਾ ਸ਼ੁਰੂ ਕਰ। ਚਲੋ ਜੀ, ਮੈਨੂੰ ਤਾਂ ਰੋਜ਼ ਆਉਣਾ ਔਖਾ ਸੀ, ਪਰ ਮੈਨੂੰ ਇਹ ਸੀ ਵੀ ਮੈਨੂੰ ਰਸਤਾ ਮਿਲਣ ਲੱਗ ਪਿਆ ਕਿ ਮੰਜ਼ਿਲ ਮਿਲ ਗਈ, ਹੁਣ ਮੈਂ ਇੱਥੋਂ ਅੱਗੇ ਵਧੂੰਗਾ। ਇਹ ਮੈਨੂੰ ਸਿਖਾਲੂਗੇ ਉਸਤਾਦ ਹੋਣੀ, ਤਾਂ ਮੈਂ ਅੱਗੇ ਵਧੂੰਗਾ। ਚਲੋ ਜੀ, ਥੋੜ੍ਹਾ ਟਾਈਮ ਜਦੋਂ ਮੈਂ ਉੱਥੇ ਜਾਂਦਾ ਸੀ, ਸਾਡੇ ਉੱਥੇ ਕੋਚ ਹੁੰਦੇ ਸੀ ਕੈਪਟਨ ਪਿਆਰਾ ਸਿੰਘ ਜੀ ਖੇੜਾ ਜੀ। ਉਹਨਾਂ ਨੇ ਮੈਨੂੰ ਮਹੀਨੇ ਕੁ ਤੱਕ ਬਾਅਦ 'ਚ ਪੁੱਛਿਆ ਵੀ ਤੂੰ ਕਿੱਥੋਂ ਆਉਣਾ? ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਨਵਾਂ ਸ਼ਹਿਰ ਤੋਂ ਆ ਰਿਹਾ ਜੀ। ਅਤੇ ਉਹ ਕਹਿੰਦੇ ਵੀ ਤੈਨੂੰ ਔਖਾ ਨਹੀਂ ਲੱਗਦਾ ਰੋਜ਼ ਆਉਣਾ? ਮੈਂ ਕਿਹਾ ਜੀ ਹੈਗਾ ਤਾਂ ਔਖਾ ਜੀ। ਅਤੇ ਉਹਨਾਂ ਨੇ ਫਿਰ ਮੇਰੇ ਕੋਲ ਉਸਤਾਦ ਬਿੱਲਾ ਗੁਣਾ ਚੌਰੀਆ ਜੀ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਵੀ ਉਹ ਤੁਹਾਨੂੰ ਗੁਣਾ ਚੌਰ ਕਿੰਨੀ ਦੂਰ ਆ? ਮੇਰੇ ਪਿੰਡ ਤੋਂ ਅਮਰਗੜ੍ਹ ਤੋਂ ਗੁਣਾ ਚੌਰ ਲਗਭਗ 10 ਜਾਂ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਉਹ ਕਹਿੰਦੇ ਤੁਸੀਂ ਉੱਥੇ ਜਾ ਸਕਦੇ? ਮੈਂ ਕਿਹਾ ਮੈਂ ਜਾ ਸਕਦਾ। ਉੱਥੇ ਗੁਰਵੀਰ ਜਦੋਂ ਗੁਣਾ ਚੌਰ ਦੀ ਗੱਲ ਆਈ, ਅਤੇ ਫਿਰ ਤੂੰ ਗੁਣਾ ਚੌਰ ਤੁਸੀਂ ਕਿੱਦਾਂ ਜਾਂਦੇ ਸੀ, ਮਤਲਬ ਗੁਣਾ ਚੌਰ? ਜਦੋਂ ਉਹਨਾਂ ਨੇ ਦੱਸਿਆ ਜੀ, ਫਿਰ ਮੇਰੇ ਤੋਂ ਤਾਂ ਸਾਈਕਲ ਵੀ ਨਹੀਂ ਸੀਗਾ ਜੀ। ਫਿਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਵਾੜੀਆਂ ਤੋਂ ਉਹੀ 500 ਦਾ ਇੱਕ ਸਾਈਕਲ ਲੈ ਕੇ ਦਿੱਤਾ ਜੀ, ਚੱਲਦਾ। ਉਸ ਟਾਈਮ 'ਚ ਮੈਨੂੰ ਲੈ ਕੇ ਦਿੱਤਾ ਜੀ, ਉਹ ਐਨ ਠੀਕ ਕਰਾਤਾ। ਚਲੋ ਜੀ, ਮੈਂ ਉੱਤੇ ਜਾਣਾ ਸ਼ੁਰੂ ਕੀਤਾ। ਮੈਂ ਦੁਪਹਿਰ ਨੂੰ 1 ਵਜੇ ਤੁਰਦਾ ਹੁੰਦਾ ਸੀ ਜੀ। ਮੈਂ 2-2:30 ਦੇ ਕਰੀਬ 1.5 ਘੰਟੇ ਦੇ ਵਿੱਚ ਉੱਥੇ ਹੌਲੀ ਹੌਲੀ ਪਹੁੰਚ ਜਾਂਦਾ ਸੀ। ਜਿੱਦਾਂ ਲੱਤ ਦੇ ਵਿੱਚ ਪ੍ਰੋਬਲਮ ਸੀ ਗੁਰਵੀਰ, ਲੱਤ ਦੇ ਵਿੱਚ ਪ੍ਰੋਬਲਮ ਹੋਣ ਦੇ ਬਾਵਜੂਦ ਫਿਰ ਸਾਈਕਲ ਚਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ? ਨਹੀਂ, ਦਿੱਕਤ ਤਾਂ ਆਉਂਦੀ ਸੀਗੀ। ਮੇਰਾ ਲੱਤਾਂ ਦੋਨੇ ਦੁਖਣ ਲੱਗ ਪੈਂਦੀਆਂ ਸੀਗੀਆਂ, ਪਰ ਫਿਰ ਵੀ ਮੈਂ ਇੱਦਾਂ ਹੱਥ ਰੱਖ ਕੇ ਚਲਾਉਣ ਲੱਗ ਪੈਂਦਾ ਸੀ। ਜਦੋਂ ਮੇਰੀ ਲੱਤ ਥੱਕ ਜਾਂਦੀ ਸੀ, ਮੈਂ ਇੱਦਾਂ ਰਸਤੇ ਵਿੱਚ ਰੁਕ ਵੀ ਜਾਣਾ, ਫਿਰ ਉੱਪਰ ਚੜ੍ਹਨਾ, ਫਿਰ ਮਤਲਬ ਮੈਂ ਸਹਾਰਾ ਹੱਥ ਦਾ ਲੈ ਲੈਂਦਾ ਹੁੰਦਾ ਸੀ, ਇਹਨਾਂ ਪੈਡਲ ਮਾਰੀ ਜਾਂਦਾ ਸੀ, ਲੱਤ ਮੇਰੀ ਥੱਕ ਜਾਂਦੀ ਸੀਗੀ ਜੀ। ਅਤੇ ਗੁਰਵੀਰ, ਇਹ ਇੰਨਾ ਕੁਛ ਕਰਨ ਦੇ ਬਾਵਜੂਦ, ਅਤੇ ਜਿੱਦਾਂ ਮੈਨੂੰ ਪਤਾ ਲੱਗਾ ਇੱਕ ਵਾਰੀ ਤੁਸੀਂ ਕਿਤੇ ਖੇਡਣ ਗਏ, 1000 ਰੁਪਈਆ ਬਣ ਗਿਆ ਸੀ, ਅਤੇ ਉਹਨਾਂ ਨੇ ਮੈਨੂੰ 10,000 ਰੁਪਈਆ ਨਹੀਂ ਦਿੱਤਾ ਜੀ। ਗੁਰਵੀਰ, ਜਦੋਂ ਆਪਾਂ ਇਸ ਦੂਜੇ ਵੇਟ ਲਿਫਟਿੰਗ ਦੇ ਵਿੱਚ ਤੁਸੀਂ ਆਏ ਔਰ ਗੁਣਾ ਚੌਰ ਜਾ ਕੇ ਤੁਸੀਂ ਇੰਨੀ ਬੜੀ ਮਿਹਨਤ ਵੀ ਕੀਤੀ ਔਰ ਵੱਖ-ਵੱਖ ਸਥਾਨਾਂ 'ਤੇ ਤੁਸੀਂ ਜਾਂਦੇ ਰਹੇ, ਅੱਜ ਕੀ ਲੱਗਦਾ ਕਿ ਜਿਹੜਾ ਇਹ ਲੱਤ ਦਾ ਕਾਜ ਆ, ਇਹ ਤੁਹਾਡੇ ਗੁਣ ਕਰਕੇ ਢੱਕ ਗਿਆ? ਨਹੀਂ, ਮੈਂ ਦੇਖੋ ਜੀ, ਕਦੇ ਵੀ ਮੈਂ ਸਮਝਾ, ਕਿਉਂਕਿ ਮਨ 'ਚ ਇਹੀ ਰੱਖਿਆ ਮੈਂ ਲੱਤ ਤੋਂ ਹੈਂਡੀਕੈਪ ਹੋ ਸਕਦਾ, ਦਿਮਾਗ ਤੋਂ ਨਹੀਂ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਆਪਣੇ ਸਰੀਰ ਨੂੰ ਇਹੀ ਸਮਝਿਆ ਵੀ ਤੂੰ ਤਕੜਾ ਹੋ, ਉੱਪਰੋਂ ਤੇਰੀਆਂ ਬਾਹਾਂ ਚੱਲਦੀਆਂ, ਇਹਨੂੰ ਜਿੰਨਾ ਪਾਵਰਫੁਲ ਬਣਾਏਗਾ ਦੁਨੀਆ ਇੱਕ ਦਿਨ ਤੈਨੂੰ ਪਹਿਚਾਣੂਗੀ। ਮੈਂ ਹਿੰਮਤ ਨਹੀਂ ਹਾਰੀ, ਮੈਂ ਦਿਨ ਰਾਤ ਮਿਹਨਤ ਕਰਦਾ ਹੁੰਦਾ ਸੀ। ਮੈਂ ਆਪਣੇ ਦੇਖੋ ਦਿਨ ਦੇ ਵਿੱਚ ਦਿਹਾੜੀ ਵੀ ਲਾਉਣੀ, ਸ਼ਾਮ ਨੂੰ ਜਿਮ ਲਈ ਟਾਈਮ ਵੀ ਕੱਢਣਾ, ਕਿਉਂਕਿ ਦੇਖੋ ਇੱਥੋਂ ਮੈਂ ਜਾਣਾ, ਮੇਰੇ ਉਸਤਾਦ ਬਿੱਲਾ ਗੁਣਾ ਚੋਰੀਆਂ ਨੂੰ ਨਹੀਂ ਸੀ ਪਤਾ ਮੇਰੀ ਘਰ ਦੀ ਕੰਡੀਸ਼ਨ। ਜਦੋਂ ਮੈਂ ਨਵਾਂ ਜਾਣ ਲੱਗਾ, ਉਹਨਾਂ ਨੇ ਮੈਨੂੰ ਦੇਖੋ ਇੱਥੋਂ ਮੈਂ ਸਾਈਕਲ ਚਲਾ ਕੇ ਜਾਣਾ, ਉੱਥੋਂ ਗੁਣਾ ਚੌਰ ਤੋਂ ਲੈ ਕੇ ਬੰਗਾ ਰੋਡ ਦੇ ਨਗੱਜੇ ਪੀਰ ਦੀ ਜਗ੍ਹਾ ਤੱਕ ਮੈਨੂੰ ਦੌੜ ਲਾਉਣ ਲਈ ਕਹਿਣਾ। ਉਹ ਮੈਨੂੰ ਪਤਾ ਮੈਂ ਕਿੱਦਾਂ ਲਾਉਂਦਾ ਹੁੰਦਾ ਸੀ। ਉਹਨੇ ਕਹਿਣਾ ਭਾਵੇਂ ਤੂੰ ਡਿੱਗ ਜਾ, ਭਾਵੇਂ ਜੋ ਵੀ ਮਰਜ਼ੀ ਕਰ, ਤੈਂ ਉੱਥੇ ਤੱਕ ਦੌੜ ਕੇ ਆਉਣਾ ਵਾਪਸ। ਜਦੋਂ ਮੈਂ ਵਾਪਸ ਆਉਂਦਾ ਹੁੰਦਾ ਸੀ ਤਾਂ ਮੇਰੀ ਬੱਸ ਤਾਂ ਹੋਈ ਹੁੰਦੀ ਸੀ। ਪਹਿਲੇ ਸਾਈਕਲ ਮੈਨੂੰ ਖੁਰਾਕ ਨਹੀਂ ਸੀ ਹੁੰਦੀ। ਫਿਰ ਹੌਲੀ ਹੌਲੀ ਜਦੋਂ ਉਸਤਾਦ ਬਿੱਲਾ ਗੁਣਾ ਚੋਰੀਆਂ ਨੂੰ ਪਤਾ ਲੱਗਾ ਕਿ ਮੇਰੀ ਘਰ ਦੀ ਆਰਥਿਕ ਤੰਗੀ, ਗੁਰਵੀਰ ਬਹੁਤ ਗਰੀਬੀ ਵਿੱਚੋਂ ਉੱਠ ਕੇ ਅੱਗੇ ਵੱਧ ਰਿਹਾ, ਉਹਨਾਂ ਨੇ ਮੈਨੂੰ ਹੌਲੀ ਹੌਲੀ ਖੁਰਾਕ ਦੇਣੀ ਸ਼ੁਰੂ ਕੀਤੀ ਜੀ। ਗੁਰਵੀਰ, ਅੱਜ ਗੁਰਵੀਰ ਜਿਹੜਾ ਵਰਲਡ ਚੈਂਪੀਅਨ ਆ, ਅੱਜ ਗੁਰਵੀਰ 2 ਵਾਰ ਵਰਲਡ ਚੈਂਪੀਅਨ ਬਣ ਚੁੱਕਾ, ਅਤੇ ਇਸ ਮੁਕਾਮ 'ਤੇ ਪਹੁੰਚ ਕੇ ਫਿਰ ਕਿੱਦਾਂ ਦਾ ਮਹਿਸੂਸ ਕਰਦੇ ਆ, ਕੀ ਫੀਲ ਹੋ ਰਿਹਾ? ਸਰ ਜੀ, ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ। ਸਭ ਤੋਂ ਇਹ ਸਿਹਰਾ ਸਾਰਾ ਜੀ ਮੇਰੇ ਮਾਂ ਬਾਪ ਅਤੇ ਮੇਰੇ ਉਸਤਾਦ ਬਿੱਲਾ ਗੁਣਾ ਚੌਰੀਆਂ ਨੂੰ ਜੀ ਨੂੰ ਜਾਂਦਾ, ਜਿਨ੍ਹਾਂ ਨੇ
ਮੈਨੂੰ ਇੰਨੀ ਤੰਗੀ ਹੋਣ ਬਾਵਜੂਦ ਵੀ ਮੈਨੂੰ ਖੁਰਾਕ ਅਤੇ ਮਾਂ-ਬਾਪ ਨੇ ਮੈਨੂੰ ਕਦੇ ਨਹੀਂ ਕਿਹਾ ਵੀ ਤੂੰ ਆਹ ਕੰਮ ਕਿਉਂ ਕਰਦਾ। ਮੈਨੂੰ ਆਉਣ ਜਾਣ ਜਿੰਨੇ ਜੋਗੇ ਸੀਗੇ 10-20 ਰੁਪਏ ਜੋਗੇ ਸੀਗੇ ਮੈਨੂੰ ਦਿੰਦੇ ਸੀ ਵੀ ਪੁੱਤ ਲੈ ਰਸਤੇ ਦੇ ਵਿੱਚ ਕੁਛ ਖਾ ਲਈ। ਮੈਂ ਉਸ ਟਾਈਮ ਰਸੂਲਪੁਰ ਦੁਕਾਨ ਤੋਂ ਸਾਬਣ ਫੈਕਟਰੀ ਤੋਂ ਮੈਨੂੰ ਅੱਜ ਵੀ ਚੇਤੇ ਉਹ ਦਿਨ ਮੈਂ ਚਣੇ ਲੈ ਕੇ ਖਾਂਦਾ ਹੁੰਦਾ ਸੀ 10 ਰੁਪਏ ਦੇ। ਬਿੱਲੇ ਭਾਜੀ ਤੋਂ ਮਿਹਨਤ ਲਾਉਂਦੇ ਹੋਏ ਰਸਤੇ ਦੇ ਵਿੱਚ ਉੱਥੇ ਰੁਕਣਾ 10 ਰੁਪਏ ਦੇ ਚਣੇ ਖਾ ਕੇ ਘਰ ਆ ਜਾਣਾ। ਅਤੇ ਉਸ ਟਾਈਮ ਨਾ ਮੈਨੂੰ ਕੋਈ ਘਰੋਂ ਸਾਨੂੰ ਦੁੱਧ ਸੀ, ਚਾਹ ਦੇ ਨਾਲ ਹੀ ਰੋਟੀਆਂ ਖਾ ਕੇ ਮੈਂ ਗੁਜ਼ਾਰਾ ਕਰ ਲੈਂਦਾ ਸੀ ਆਪਣਾ। ਗੁਰਵੀਰ ਵਰਲਡ ਚੈਂਪੀਅਨ ਬਣ ਗਿਆ, ਪਿੰਡ ਦੇ ਵਿੱਚ ਬੱਲੇ ਬੱਲੇ ਹੋ ਗਈ, ਆਲੇ ਦੁਆਲੇ ਪੂਰੇ ਪੰਜਾਬ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਗੁਰਵੀਰ 2 ਵਾਰੀ ਵਰਲਡ ਚੈਂਪੀਅਨ ਬਣ ਗਿਆ ਔਰ ਸਟਰੋਂਗ ਮੈਨ ਆਫ ਇੰਡੀਆ। ਔਰ ਇੰਡੀਆ ਦਾ ਸਾਰਿਆਂ ਨਾਲ ਸਟਰੋਂਗ ਬਣ ਕੇ ਅੰਦਰੋਂ ਇੰਨਾ ਕਮਜ਼ੋਰ ਬੰਦਾ ਸੀ ਔਰ ਦ੍ਰਿੜ ਜਿਹੜੇ ਇਰਾਦੇ ਸੀ ਪਰਮਾਤਮਾ ਨੇ ਥੋੜ੍ਹਾ ਕੱਜ ਵੀ ਰੱਖਿਆ। ਅਤੇ ਕੀ ਲੱਗਾ ਫਿਰ ਉਦੋਂ ਕੀ ਮਹਿਸੂਸ ਕੀ ਕੀਤਾ ਕਿ ਜਦੋਂ ਸਟਰੋਂਗ ਮੈਨ ਦਾ ਤੁਹਾਨੂੰ ਅਵਾਰਡ ਮਿਲਿਆ? ਸਰ ਜੀ ਦੇਖੋ ਇਸ ਟਾਈਮ ਫੈਡਰੇਸ਼ਨਾਂ ਬਹੁਤ ਚੱਲ ਰਹੀਆਂ। ਮੈਂ ਇਹ ਸੀ ਮੈਂ ਸਿਰਫ ਰਾਜ ਸਾਹਿਬ ਜੀ 'ਤੇ ਭਰੋਸਾ ਰੱਖਿਆ ਮਾਲਕਾ ਵੀ ਤੂੰ ਹੀ ਮੇਰਾ ਜਦ ਤੱਕ ਟੈਲੈਂਟ ਨਹੀਂ ਪੈਂਦਾ ਮੈਂ ਮਿਹਨਤ ਕਰੀ ਜਾਣੀ ਆ। ਆਖਰ ਨੂੰ 2019 ਦੇ ਵਿੱਚ ਇੰਨੀ 8-9 ਸਾਲ ਦੀ ਮਿਹਨਤ ਤੋਂ ਬਾਅਦ ਮੈਨੂੰ ਹਰਿਆਣੇ ਦੇ ਵਿੱਚ 100% ਰਾਹ ਪਾਵਰ ਲਿਫਟਿੰਗ ਫੈਡਰੇਸ਼ਨ ਇੰਡੀਆ ਦੇ ਚੇਅਰਮੈਨ ਜਗਪ੍ਰੀਤ ਸਿੰਘ ਕੈਪਟਨ ਜੀ ਜੋ 21 ਅਪ੍ਰੈਲ ਨੂੰ ਉੱਥੇ ਨੈਸ਼ਨਲ ਹੋਈ ਸੀ 2019 ਦੇ ਵਿੱਚ, ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਕਿ ਗੁਰਵੀਰ ਬਹੁਤ ਵਧੀਆ ਬੱਚੇ। ਮੈਂ ਡਰੱਗ ਫਰੀ ਮੇਰਾ ਡੋਪ ਟੈਸਟ ਲਿਆ, ਮੈਂ 74 ਕਿਲੋ ਭਾਰ ਦੇ ਵਿੱਚ 165 ਕਿਲੋ ਬੈਂਚ ਪ੍ਰੈਸ ਲਾ ਕੇ ਗੋਲਡ ਮੈਡਲ ਵੀ ਜਿੱਤਿਆ ਅਤੇ ਵਰਲਡ ਰਿਕਾਰਡ ਵੀ ਬਣਾਇਆ। ਅਤੇ ਉਹਨਾਂ ਨੇ ਮੈਨੂੰ ਬਹੁਤ ਮਾਣ ਸਨਮਾਨ ਬਖਸ਼ਿਆ ਅਤੇ ਮੈਨੂੰ ਕਿਹਾ ਅਸੀਂ ਤੈਨੂੰ ਆਪਣੀ ਫੈਡਰੇਸ਼ਨ ਦੇ ਅੰਡਰ ਲਵਾਂਗੇ। ਗੁਰਵੀਰ ਇੱਕ ਵਾਰੀ ਇੱਦਾਂ ਵੀ ਹੋਇਆ ਕਿ ਤੁਹਾਨੂੰ 140 ਕਿਲੋ ਵੇਟ ਦੀ ਜਗ੍ਹਾ 'ਤੇ 160 ਕਿਲੋ ਦੇ ਦਿੱਤਾ ਗਿਆ ਔਰ ਤੁਸੀਂ ਉਹ ਵੀ ਚੱਕ ਲਿਆ, ਉਹ ਕੀ ਮਸਲਾ ਕੀ ਸੀ ਉਹ? ਸਰ ਜੀ ਉਹ ਆਪਣੇ ਫਿਰ ਹਰਿਆਲੀ ਟੂਰਨਾਮੈਂਟ ਹੋਇਆ ਸੀ 2018 ਦੇ ਵਿੱਚ। ਉੱਥੇ ਮੈਂ ਉਸ ਟਾਈਮ ਉਹਨਾਂ ਨੂੰ 140 ਕਿਹਾ ਸੀ ਕਿਉਂਕਿ ਸਟਾਰਟ ਲੈਫਟ ਸੀ, ਮੈਂ 140 ਕਿਹਾ ਸੀ ਅਤੇ ਉਹਨਾਂ ਨੇ ਭੁਲੇਖੇ ਦੇ ਵਿੱਚ 160 ਪਾ ਦਿੱਤਾ ਜੀ। ਤਾਂ ਮੈਂ ਤਾਂ 140 ਦੇ ਹਿਸਾਬ ਨਾਲ ਚੱਕਿਆ ਪਰ ਮੈਨੂੰ ਨਹੀਂ ਸੀ ਪਤਾ ਉਹ 160 ਹੈ। ਮੈਂ ਫਿਰ ਵੀ ਉਹ ਲੈਫਟ ਪਾਸ ਕੀਤੀ ਅਤੇ ਫਿਰ ਉੱਥੇ ਵੀ ਗੋਲਡ ਮੈਡਲ ਪ੍ਰਾਪਤ ਕੀਤਾ। ਉਹ ਤਾਂ ਬਾਅਦ ਵਿੱਚੋਂ ਮੇਰੇ ਉਸਤਾਦ ਜੀ ਉਹ ਯਾਦਵਿੰਦਰ ਢੰਡ ਜਿਨ੍ਹਾਂ ਤੋਂ ਮੈਂ ਆਪਣਾ ਗਾਈਡਿੰਗਸ ਲੈਂਦਾ ਸੀ, ਕਿਉਂਕਿ ਜਦੋਂ ਮੈਨੂੰ ਉਸਤਾਦ ਬਿੱਲਾ ਗੁਣਾ ਚੌਰੀਆ ਨੇ ਟ੍ਰੇਨਿੰਗ ਦਿੱਤੀ 2-3 ਸਾਲ ਮੈਨੂੰ ਰਾਜਾ ਸਾਹਿਬ ਜਿਮ ਦੇ ਵਿੱਚ ਉਹਨੇ ਕੋਚ ਲਵਾਤਾ ਸੀਗਾ ਅਤੇ ਉੱਥੋਂ ਮੇਰਾ ਯਾਦਵਿੰਦਰ ਸਾਬੀ ਜੋ ਕਿ ਢੰਡ ਜਿਮ ਚਲਾਉਂਦੇ ਆ ਗੁਰਾਇਆਂ ਦੇ ਵਿੱਚ, ਉਹਨਾਂ ਨਾਲ ਲਿੰਕ ਬਣਿਆ ਸੀ ਅਤੇ ਉਹ ਮੈਨੂੰ ਨੌਲੇਜ ਦਿੰਦੇ ਹੁੰਦੇ ਸੀ ਵੀ ਇੱਦਾਂ ਇੱਦਾਂ ਸਾਹ ਭਰਨਾ, ਇੱਦਾਂ ਅੱਗੇ ਵਧਣਾ। ਅਤੇ ਉਹ ਉਸ ਟਾਈਮ ਮੇਰੇ ਨਾਲ ਹਰਿਆਣੇ ਦੇ ਵਿੱਚ ਗਏ ਸੀਗੇ, ਉਹ ਵੀ ਮੇਰੇ ਉਸਤਾਦੇ ਰਹੇ ਆ। ਯਾਦਵਿੰਦਰ ਢੰਡ ਜੀ ਇਸ ਟਾਈਮ ਕੈਨੇਡਾ ਦੇ ਵਿੱਚ ਹੈ ਜੀ ਅਤੇ ਮੈਨੂੰ ਪੂਰੀ ਹੈਲਪ ਕਰ ਰਹੇ ਆ। ਅਤੇ ਉਹਨਾਂ ਨੇ ਕਿਹਾ ਵੀ ਇੰਨੀ ਲੈਫਟ ਟਾਈਟ ਗਈ ਆ ਕਿ ਰੀਜ਼ਨ ਕੀ ਆ। ਉਹਨਾਂ ਨੂੰ ਕਿਹਾ ਵੀ ਦੁਬਾਰਾ ਤੋਂ ਸਾਰੀਆਂ ਪਲੇਟਾਂ ਚੈੱਕ ਕਰੋ। ਜਦ ਪਲੇਟਾਂ ਚੈੱਕ ਕੀਤੀਆਂ ਕਿ 160 ਬੈਂਚ ਪ੍ਰੈਸ ਨਿਕਲੀ ਸੀ ਜੀ। ਗੁਰਵੀਰ ਜਿੰਨੇ ਤੁਸੀਂ ਇੰਨੇ ਮੈਡਲ ਤੁਹਾਨੂੰ ਇੰਨੇ ਮਿਲੇ ਆ ਤੁਹਾਨੂੰ, ਔਰ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਵੱਖ-ਵੱਖ ਸਥਾਨਾਂ ਤੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ। ਇਹ ਇੰਨੇ ਮੈਡਲ ਕੀ ਲੱਗਦਾ ਜੀ? ਇੰਨੇ ਮੈਡਲ ਮਤਲਬ ਕਿੰਨੀ ਕੁ ਮਿਹਨਤ ਕਰਨੀ ਪਈ? ਹਰ ਰੋਜ਼ ਕਿੰਨਾ ਕੁ ਤੁਸੀਂ ਮਿਹਨਤ ਕਰਦੇ ਹੋ? ਸਰ ਜੀ ਮਿਹਨਤ ਤਾਂ ਮੈਂ ਹਰ ਰੋਜ਼ 3 ਘੰਟੇ 4 ਘੰਟੇ 3-4 ਘੰਟੇ ਮੇਰੀ ਡੇਲੀ ਦੇ ਮਿਹਨਤ ਦੇ ਆ ਜੀ। ਅਤੇ ਤੁਸੀਂ ਇਹ ਦੇਖ ਲਓ ਉਸ ਟਾਈਮ ਵੀ 3-4 ਘੰਟੇ ਮੇਰਾ ਉਸਤਾਦ ਜੀ ਬਿੱਲਾ ਗੁਣਾ ਚੌਰੀਆ ਜੀ ਲਵਾਉਂਦੇ ਹੁੰਦੇ ਸੀ ਪਰ ਖੁਰਾਕ ਨਹੀਂ ਸੀ, ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ। ਸਾਡੇ ਜਦੋਂ ਮੈਂ ਮੂਸਾਪੁਰ ਸੀਨੀਅਰ ਸੈਕੰਡਰੀ ਸਕੂਲ ਪੜ੍ਹਦਾ ਸੀ, ਸਾਡੇ ਕੋਚ ਕਬੱਡੀ ਦੇ ਪਲੇਅਰ ਦੇ ਹੁੰਦੇ ਸੀਗੇ ਜੀ। ਕਬੱਡੀ ਦੇ ਕੋਚ ਹੁੰਦੇ ਸੀ ਜਸਵੰਤ ਸਿੰਘ ਜੀ ਜੱਬੋਵਾਲ ਤੋਂ, ਉਹ ਸਾਡੇ ਸਰ ਹੁੰਦੇ ਸੀ। ਉਹ ਬੱਚਿਆਂ ਨੂੰ ਇਹ ਕਹਿੰਦੇ ਹੁੰਦੇ ਸੀ ਜੇ ਤੁਸੀਂ ਮਿਹਨਤ ਕਰੋਗੇ ਭਾਵੇਂ ਰੋਟੀਆਂ ਖਾਈ ਜਾਓ ਉਹ ਵੀ ਲੱਗੂਗੀਆਂ ਸਰੀਰ ਨੂੰ। ਮੇਰੇ ਮਨ 'ਚ ਉਹੀ ਕੀੜਾ ਸੀ ਵੀ ਮਿਹਨਤ ਕਰ ਜਿੰਨੀ ਮਰਜ਼ੀ ਭਾਵੇਂ ਰੋਟੀਆਂ ਹੀ ਖਾਈ ਜਾਈ ਲੱਗੂਗੀਆਂ। ਮੈਂ ਬਸ ਆਪਣੇ ਮਨ ਬਣਾ ਲਿਆ ਵੀ ਇਹੀ ਲੱਗਣੀਆਂ। ਮੈਂ ਬਸ ਮਿਹਨਤ ਲਾ ਕੇ ਜਾ ਕੇ ਜੋ ਵੀ ਲੱਸੀ ਹੁੰਦੀ ਸੀ ਮੰਮੀ ਲੈ ਕੇ ਆਉਂਦੇ ਹੁੰਦੇ ਸੀ ਕਿਸੇ ਨਾ ਕਿਸੇ ਤੋਂ, ਉਹਦੇ ਨਾਲੇ ਰੋਟੀਆਂ ਖਾ ਲੈਣੀਆਂ ਅਤੇ ਬਸ ਆਪਾਂ ਮਨ ਨੂੰ ਹੌਸਲਾ ਦੇ ਰੱਖਿਆ ਵੀ ਚੱਲ ਕੋਈ ਨਹੀਂ ਵੀ ਇਹਨਾਂ ਸੈੱਟ ਆ ਜੀ। ਗੁਰਵੀਰ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ? ਪੰਜਾਬ ਸਰਕਾਰ ਵੱਲੋਂ ਦੇਖੋ ਜੀ 2017 ਦੇ ਵਿੱਚ ਮੈਂ ਵਰਲਡ ਚੈਂਪੀਅਨਸ਼ਿਪ ਖੇਡੀ ਆ ਜੋ ਕਿ ਦਿੱਲੀ ਹੋਈ ਸੀਗੀ। 15 ਮੁਲਕ ਆਏ ਸੀਗੇ ਇੱਥੇ ਜੀ। 15 ਦੇਸ਼ਾਂ 'ਚੋਂ ਮੈਂ ਗੋਲਡ ਮੈਡਲ ਪ੍ਰਾਪਤ ਕੀਤਾ ਆਪਣੀ ਕੈਟਾਗਰੀ ਦੇ ਵਿੱਚ। 75 ਕਿਲੋ ਭਾਰ ਦੇ ਵਿੱਚ ਮੈਂ 165 ਬੈਂਚ ਪ੍ਰੈਸ ਮਾਰੀ ਸੀਗੀ ਜੀ। ਉਸ ਟਾਈਮ ਮੈਂ ਜਦੋਂ ਆਇਆ ਮੈਂ ਗੌਰਮੈਂਟ ਤੋਂ ਮੈਨੂੰ ਤੁਸੀਂ ਇਹ ਦੇਖੋ ਪਹਿਲਾਂ ਤਾਂ ਜੀ ਮੈਨੂੰ ਕਿਸੇ ਨੇ ਸਨਮਾਨਿਤ ਨਹੀਂ ਕੀਤਾ। ਇੱਥੇ ਜਦੋਂ ਮੈਂ ਨਵਾਂ ਸ਼ਹਿਰ ਆਇਆ ਕਿਸੇ ਲੀਡਰ ਨੇ ਨਹੀਂ, ਕਿਸੇ ਅਫਸਰ ਨੇ, ਕਿਸੇ ਨੇ ਮੈਨੂੰ ਸਨਮਾਨਿਤ ਨਹੀਂ ਕੀਤਾ। ਸਾਡੇ ਟੈਕਸੀ ਡਰਾਈਵਰ ਯੂਨੀਅਨ ਜੋ ਕਿ ਨਵਾਂਸ਼ਹਿਰ ਬੱਸ ਸਟੈਂਡ ਕੋਲ ਆ, ਉਹਨਾਂ ਭਰਾਵਾਂ ਨੂੰ ਵਿੱਚ ਪ੍ਰਵੀਨ ਭੰਗਲ ਸੀ ਇੱਕ, ਉਹਨਾਂ ਦੇ ਮਿੱਤਰ ਸੱਜਣ ਸੀ, ਉਹਨਾਂ ਨੇ ਰਲ ਮਿਲ ਕੇ ਮੇਰਾ ਮਾਣ ਤਾਣ ਉੱਥੇ ਕੀਤਾ
ਕਹਿੰਦੇ ਆਓ ਯਾਰ ਆਹ ਮੁੰਡਾ ਜਿੱਤ ਕੇ ਆਇਆ, ਇਹਦਾ ਮਾਣ-ਤਾਣ ਕਰਨ ਬਣਦਾ ਆ, ਕਿਉਂਕਿ ਪ੍ਰਵੀਨ ਭੰਗਲ ਭਾਜੀ ਉਹਨਾਂ ਦੇ ਸਾਰੇ ਟੱਚ 'ਚ ਵਿੱਚ ਸੀਗੇ। ਇਹਨਾਂ ਨੇ ਉੱਥੇ ਇਕੱਠ ਕਰਕੇ ਮੇਰਾ ਮਾਣ ਸਨਮਾਨ ਕੀਤਾ ਅਤੇ ਮੈਨੂੰ ਗੱਡੀ ਦੇ ਵਿੱਚ ਪਿੰਡ ਲੈ ਕੇ ਆਏ ਅਤੇ ਰਾਜਾ ਸਾਹਿਬ ਮੇਰਾ ਮੱਥਾ ਵੀ ਟਿਕਾਇਆ। ਅਤੇ ਇਹਨਾਂ ਉਸ ਤੋਂ ਬਾਅਦ ਮੈਨੂੰ ਇਹ ਸੀ ਕਿ ਵਰਲਡ ਖੇਡੇ ਵਾਲੇ ਨੂੰ 5 ਲੱਖ ਰੁਪਈਆ ਮਿਲ ਰਿਹਾ, ਕਿਉਂ ਨਾ ਮੈਂ ਗੌਰਮੈਂਟ ਮੂਹਰੇ ਗੁਜ਼ਾਰਿਸ਼ ਕਰਾਂ ਕਿ ਮੈਨੂੰ 5 ਲੱਖ ਰੁਪਈਆ ਮਿਲੇ। ਮੇਰੀ ਮਿਹਨਤ ਹੈ ਜੀ। ਉਸ ਟਾਈਮ ਜਦੋਂ ਮੈਂ ਆਪਣੇ ਪੇਪਰ ਭਰੇ, ਆਪਣੇ ਡਾਕੂਮੈਂਟ ਲੈ ਕੇ DSO ਆਫਿਸ ਨਵਾਂ ਸ਼ਹਿਰ ITI ਗਰਾਊਂਡ ਵਿੱਚ ਪਹੁੰਚਿਆ। ਚਲੋ ਜੀ, ਉੱਥੇ ਮੈਡਮ ਸੀ, ਉਹਨਾਂ ਨੇ ਮੇਰੇ ਪੇਪਰ ਲਏ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਜੋ ਵੀ ਤੇਰਾ ਬਣਦਾ ਹੱਕ ਹੈ ਤੈਨੂੰ ਜ਼ਰੂਰ ਦਵਾਵਾਂਗੇ, ਕਿਉਂਕਿ ਸਾਨੂੰ ਪਤਾ ਸੀ ਵਰਲਡ ਵਾਲੇ ਨੂੰ 5 ਲੱਖ ਰੁਪਈਆ ਮਿਲਦਾ ਆ। ਅਤੇ ਉਸ ਟਾਈਮ ਮਨ ਨੂੰ ਬਹੁਤ ਹੋਇਆ। ਅਸੀਂ ਉੱਥੇ ਆਪਣੇ ਪੇਪਰ ਜਮ੍ਹਾਂ ਕਰਾ ਕੇ ਆ ਗਏ। ਉਹੀ ਆਪਣੇ ਜੀ ਥੋੜ੍ਹੇ ਟਾਈਮ ਬਾਅਦ ਮੈਨੂੰ ਗੌਰਮੈਂਟ ਵੱਲੋਂ 15,000 ਰੁਪਈਆ ਆਇਆ ਜੀ। ਅੱਜ ਵੀ ਮੈਂ ਉਸ ਚੈੱਕ ਦੀ ਜੋ ਮੈਨੂੰ ਚੰਡੀਗੜ੍ਹ ਸਪੋਰਟਸ ਕੋਟੇ ਵੱਲੋਂ ਆਇਆ, ਉਹ ਅੱਜ ਵੀ ਮੇਰੇ ਕੋਲ ਪਿਆ ਆ ਜੀ, ਫੋਟੋ ਕਾਪੀ ਕਰਾ ਕੇ ਮੈਂ ਰੱਖੀ ਆ। ਮੈਂ ਆਉਣ ਵਾਲੇ ਟਾਈਮ ਦੇ ਵਿੱਚ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਮੇਰਾ ਬਣਦਾ ਹੱਕ ਮੈਨੂੰ ਦਿੱਤਾ ਜਾਵੇ, ਕਿਉਂਕਿ ਮੈਂ 30,000 ਰੁਪਈਆ ਮੈਂ ਵਰਲਡ ਦੀ ਤਿਆਰੀ ਕਰਦੇ ਟਾਈਮ ਮੈਂ ਖਾ ਗਿਆ ਸੀ, ਕਿਉਂਕਿ ਜੋ ਮੈਨੂੰ ਵਰਲਡ ਦੀ ਤਿਆਰੀ ਕਰਾਉਣ ਵਾਲੇ ਮੇਰੇ NRI ਭਰਾ ਜਿਨ੍ਹਾਂ ਨੇ ਮੇਰੇ 'ਤੇ ਖਰਚਾ ਕੀਤਾ ਸੀ, ਮੈਨੂੰ ਤਾਂ ਉਹ ਵੀ ਨਹੀਂ ਮੁੜਿਆ ਜੀ। ਗੌਰਮੈਂਟ ਵੱਲੋਂ, ਪੰਜਾਬ ਗੌਰਮੈਂਟ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਹੁਣ ਤੱਕ? ਕੋਈ ਸਹਾਇਤਾ ਨਹੀਂ ਮਿਲੀ? ਕੋਈ ਮੈਨੂੰ ਹੁਣ ਤੱਕ ਕੋਈ ਸਹਾਇਤਾ ਨਹੀਂ ਜੀ। ਅੱਜ ਤੱਕ ਇੱਥੇ ਤੱਕ ਵੀ ਪਹੁੰਚਾਉਣ ਵਾਲੇ ਮੇਰੇ NRI ਭਰਾ ਆ ਜੀ, ਜਿਨ੍ਹਾਂ ਵਿੱਚ ਅਮਰ ਦੜੋਚ ਫੈਮਿਲੀ ਜੀ USA ਤੋਂ, ਅਜੇ ਕਟਾਰੀਆ ਜੀ ਆਸਟ੍ਰੇਲੀਆ ਤੋਂ, ਆਜ਼ਾਦਵਿੰਦਰ ਸਿੰਘ ਢੰਡ ਕੈਨੇਡਾ ਤੋਂ ਜੀ, ਗੁਰਜੀਤ ਕੌਰ ਗੁਰ ਕੈਨੇਡਾ ਤੋਂ ਜੀ, ਆਪਣੀ ਭੈਣ ਲੱਗਦੀ ਹੈ। ਦੇਖੋ ਜੀ, ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਮੈਨੂੰ ਉਹ ਲੋਕਾਂ ਨੇ ਹੈਲਪ ਕੀਤੀ ਆ, ਉਹ NRI ਭਰਾਵਾਂ ਨੇ ਹੈਲਪ ਕੀਤੀ ਹੈ ਜਿਨ੍ਹਾਂ ਨੇ ਫੇਸਬੁੱਕ 'ਤੇ ਟੱਚ ਹੋ ਕੇ ਮਿਲਣਾ। ਉੱਦਾਂ ਮੈਨੂੰ ਕਿਸੇ ਨੇ ਨਹੀਂ ਹੈਲਪ ਕੀਤੀ। ਜੋ ਕਿ ਸਾਡੇ ਪਿੰਡ ਦੇ ਵਿੱਚੋਂ ਇੱਕ ਹੀ ਫੈਮਿਲੀ ਆ, ਅਮਰ ਦੜੋਚ ਫੈਮਿਲੀ USA, ਜੋ ਕਿ ਮੈਨੂੰ ਹਰ ਸਾਲ ਆਪਣੀ ਦਾਦੀ ਜੀ ਦੀ ਵਰਸੀ 'ਤੇ ਸਨਮਾਨਿਤ ਕਰਦੇ ਆ। 11,000 ਰੁਪਏ ਨਾਲ, ਕਦੇ 52,000 ਰੁਪਏ ਨਾਲ ਮੈਨੂੰ ਸਨਮਾਨਿਤ ਕਰਦੇ ਆ। ਅਤੇ ਇਹਦੇ ਵਿੱਚ ਅਵਤਾਰ ਜੱਸਲ ਜੀ ਕਰੀਹੇ ਤੋਂ, ਉਹਨਾਂ ਨੇ ਵੀ ਮੈਨੂੰ ਬਹੁਤ ਵੱਡਾ ਹੌਸਲਾ ਵੀ ਦਿੱਤਾ ਅਤੇ ਸਹਿਯੋਗ ਵੀ ਦਿੱਤਾ, ਹੁਣ ਤੱਕ ਦਿੰਦੇ ਆ ਰਹੇ ਆ। ਉਹ ਕਹਿੰਦੇ ਜਿੰਨੇ ਜੋਗੇ ਵੀ ਅਸੀਂ ਤੇਰੇ ਨਾਲ ਆ। ਅਤੇ ਹਰਦੀਪ ਸਿੰਘ ਥਾਂਦੀ ਕੈਨੇਡਾ ਤੋਂ, ਉਹਨਾਂ ਨੇ ਵੀ ਮੇਰੀ ਬਹੁਤ ਮਦਦ ਕੀਤੀ। ਸਾਹਿਬ USA ਅਤੇ ਹੋਰ ਆਪਣੇ ਭਰਾ ਬੈਠੇ ਆ NRI, ਜਿਨ੍ਹਾਂ ਬਦੌਲਤ ਕਰਕੇ ਮੈਨੂੰ ਸਰਕਾਰ ਵੱਲੋਂ ਕੋਈ 1% ਹੈਲਪ ਨਹੀਂ ਹੈਗੀ ਜੀ। ਮੈਨੂੰ ਮਿਸ NRI ਭਰਾਵਾਂ ਕਰਕੇ ਆ ਜੀ। ਹੁਣੇ ਥੋੜ੍ਹੇ ਦਿਨ ਫਿਰ ਗੁਰਵੀਰ ਗੁੱਸਾ ਨਹੀਂ ਆਉਂਦਾ ਜਦੋਂ ਕੋਈ ਸਰਕਾਰ, ਤੁਸੀਂ ਇੰਨਾ ਮਿਹਨਤ ਕਰਦੇ ਹੋ, ਦਿਨ ਰਾਤ ਇੱਕ ਕਰਦੇ ਹੋ, ਪੰਜਾਬ ਦਾ ਨਾਂ ਰੋਸ਼ਨ ਕਰਦੇ ਹੋ, ਇੰਡੀਆ ਦਾ ਨਾਂ ਰੋਸ਼ਨ ਕਰਦੇ ਹੋ, ਜਦੋਂ ਤੁਸੀਂ ਜਿੱਤਦੇ ਹੋ ਇੰਡੀਆ ਦਾ ਜਿਹੜਾ ਫਲੈਗ ਆ ਉਹ ਤੁਸੀਂ ਲੈ ਕੇ ਚੱਲਦੇ ਹੋ, ਔਰ ਮਾਣ ਵੱਧਦਾ ਸਾਡੇ ਦੇਸ਼ ਦਾ ਵੀ ਕਿ ਇੱਕ ਖਿਡਾਰੀ ਸਾਡਾ ਜਿਹੜਾ ਆ ਉਹ ਇੰਡੀਆ ਦਾ ਜਿਹੜਾ ਫਲੈਗ ਲੈ ਕੇ ਜਾ ਰਿਹਾ, ਔਰ ਕਿੰਨਾ ਸੋਹਣਾ ਮਾਹੌਲ ਹੁੰਦਾ ਆ। ਪਰ ਜਦੋਂ ਘਰ ਆਉਂਦੇ ਆ ਅਤੇ ਕੋਈ ਸਨਮਾਨ ਨਹੀਂ, ਫਿਰ ਥੋੜ੍ਹਾ ਦੁੱਖ ਲੱਗਾ? ਹਾਂਜੀ ਸਰ ਜੀ, ਦੁੱਖ ਤਾਂ ਬਹੁਤ ਲੱਗਦਾ ਜੀ, ਕਿਉਂਕਿ ਮੈਂ ਬਹੁਤ ਘੁੰਮਿਆ ਜੀ, ਮੈਂ ਬਹੁਤ ਅਫਸਰਾਂ ਕੋਲ ਜਾਇਆ, ਬਸ ਹੌਸਲਾ ਹੀ ਆ ਜ਼ਰੂਰ ਕਰਾਂਗੇ ਕਾਕੇ, ਜ਼ਰੂਰ ਕਰਾਂਗੇ, ਪਰ ਅੱਜ ਤੱਕ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ। ਮੈਂ ਤਾਂ ਇਹ ਆ ਜੀ, ਜਦੋਂ ਮੈਂ ਖੇਡ ਕੇ ਆਉਣਾ ਇੰਟਰਨੈਸ਼ਨਲ ਲੈਵਲ, ਵਰਲਡ ਲੈਵਲ 'ਤੇ, ਮੇਰਾ ਮਾਣ ਸਨਮਾਨ ਹੀ ਉਹੀ ਕਰ ਦੇਣ, ਉਹੀ ਬਹੁਤ ਹੁੰਦਾ। ਪਰ ਮੈਨੂੰ ਅੱਜ ਤੱਕ ਕਿਸੇ ਨੇ ਵਿਸ਼ੇਸ਼ ਸਨਮਾਨ ਤੱਕ ਨਹੀਂ ਕੀਤਾ, ਨਾ ਮੇਰੇ ਪਿੰਡ ਵਿੱਚ ਵੀ ਨਹੀਂ ਕੀਤਾ ਗਿਆ ਜੀ। ਉਹ ਤਾਂ ਇੱਕ ਅਮਰ ਦੜੋਚ ਫੈਮਿਲੀ ਹੈ USA, ਜੋ ਹਰ ਸਾਲ ਕਰ ਦਿੰਦੇ, ਬਟ ਜਦੋਂ ਮੈਂ ਖੇਡ ਕੇ ਆਉਣਾ ਉਸ ਵੇਲੇ ਕੋਈ ਨਹੀਂ ਕਰਦਾ ਜੀ। ਇਹ ਸਨ ਗੁਰਵੀਰ ਗੁਰੀ ਜੀ, ਜਿਨ੍ਹਾਂ ਦੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾਈ ਔਰ ਦੱਸਿਆ ਕਿ ਕਿਸ ਤਰ੍ਹਾਂ ਹੈਂਡੀਕੈਪਟ ਹੋਣ ਦੇ ਬਾਵਜੂਦ ਉਹਨਾਂ ਨੇ ਹਿੰਮਤ ਨਹੀਂ ਹਾਰੀ, ਔਰ ਜੇ ਅੱਜ ਹਿੰਮਤ ਨਹੀਂ ਹਾਰੀ ਤਾਂ ਉਹ 2 ਵਾਰ ਜਿਹੜੇ ਆ ਵਿਸ਼ਵ ਚੈਂਪੀਅਨ ਬਣ ਚੁੱਕੇ ਆ, ਔਰ ਨਾਲ ਦੀ ਨਾਲ ਉਹ ਸਟਰੋਂਗ ਮੈਨ ਆਫ ਇੰਡੀਆ ਦਾ ਜਿਹੜਾ ਉਹਨਾਂ ਨੂੰ ਅਵਾਰਡ ਹਾਸਲ ਆ। ਔਰ ਜਾਂਦੇ ਜਾਂਦੇ ਇਹ ਵੀ ਉਹ ਗੱਲ ਕਹਿ ਕੇ ਗਏ ਕਿ ਸਾਨੂੰ ਨਸ਼ਿਆਂ 'ਚੋਂ ਨਿਕਲ ਕੇ ਆਪਣਾ ਜਿਹੜਾ ਜੀਵਨ ਆ ਉਹ ਖੇਡਾਂ ਵੱਲ ਲਾਉਣਾ ਚਾਹੀਦਾ। ਕਿਤੇ ਨਾ ਕਿਤੇ ਮਨ ਦੇ ਵਿੱਚ ਰੋਸ ਵੀ ਸੀ, ਮਨ ਦੇ ਵਿੱਚ ਰੋਸਾ ਵੀ ਸੀ ਕਿ ਐਡੀ ਵੱਡੀ ਉਪਲਬਧੀ ਦੇ ਬਾਵਜੂਦ ਵੀ ਸਰਕਾਰਾਂ ਨੇ ਉਹਨਾਂ ਨੂੰ ਅਣਗੌਲਿਆ ਕਰ ਦਿੱਤਾ, ਔਰ ਇੱਕ ਫੁੱਟੀ ਕੌਡੀ ਵੀ ਜਿਹੜੀ ਉਹਨਾਂ ਦੇ ਹੱਥ 'ਤੇ ਨਹੀਂ ਰੱਖੀ। ਜਦੋਂ ਕੋਈ ਬੰਦਾ, ਜਦੋਂ ਕੋਈ ਇਨਸਾਨ ਇੱਕ ਚੈਂਪੀਅਨ ਬਣ ਕੇ ਘਰ ਪਰਤਦਾ, ਪਰ ਉਹਨਾਂ ਦਾ ਕੋਈ ਸਵਾਗਤ ਕਰਨ ਵਾਲਾ ਨਾ ਹੋਵੇ ਤਾਂ ਮਨੋਬਲ ਡਿੱਗਦਾ। ਉਸ ਮਨੋਬਲ ਡਿੱਗਦੇ ਹੋਏ ਨੂੰ ਬਚਾਉਣ ਲਈ ਸਰਕਾਰਾਂ ਨੂੰ ਵੀ ਲੋੜ ਆ ਕਿ ਉਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਖਿਡਾਰੀ ਆ ਉਹਨਾਂ ਦੀ ਮਦਦ ਕਰਨ, ਔਰ ਉਹਨਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਉੱਚਾ ਚੱਕਣ ਦੀ ਕੋਸ਼ਿਸ਼ ਕਰਨ। ਜਾਂਦੇ ਜਾਂਦੇ ਅਸੀਂ ਇਹ ਗੱਲ ਕਹਿਣਾ ਚਾਹਾਂਗੇ ਕਿ ਆਉਣੀਆਂ ਸਨ ਜ਼ਿੰਦਗੀ ਦੇ ਰਾਹ 'ਚ ਆਈਆਂ ਮੁਸ਼ਕਲਾਂ, ਮੈਂ ਸਤਨਹਾ ਹਮਸਫਰ ਤਾਂ ਹੀ ਬਣਾਈਆਂ ਮੁਸ਼ਕਲਾਂ। ਉਹ ਕਦੇ ਇਨਸਾਨ ਬਣ ਸਕਦੇ ਨਹੀਂ ਇਲਮਾਂ ਦੇ ਨਾਲ, ਜਿਸ ਨੇ ਤਨ ਆਪਣੇ ਨਹੀਂ ਹੰਡਾਈਆਂ ਮੁਸ਼ਕਲਾਂ। ਜਿਹੜੇ ਮੁਸ਼ਕਲਾਂ ਤੋਂ ਡਰ ਜਾਂਦੇ ਨੇ ਉਹ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਕੈਮਰਾਮੈਨ ਨਵੀ ਦੇ ਨਾਲ, ਨਵਾਂ ਸ਼ਹਿਰ ਤੋਂ ਲਾਲ ਕਮਲ, ਡੇਲੀ ਪੋਸਟ ਪੰਜਾਬੀ ਲਈ।